ਇਹ परमात्मा ने हिम्मत दी तो असीं ये फैसला लै सके। ਤੇ ਬਾਕੀ ਪਰਿਵਾਰ ਨੇ ਸਾਨੂੰ ਸਹਿਮਤੀ ਦਿੱਤੀ ਇਸ ਚੀਜ਼ ਲਈ। ਮੇਰੇ ਬੱਚੀ ਬਿਮਾਰੀ ਨਾਲ ਜੂਝ ਰਹੀ ਸੀ, ਬਹੁਤ ਕਸ਼ਟ ਚੱਲ ਰਹੀ ਸੀ, ਤਾਂ ਉਸ ਦੀ ਸਾਰੀ ਕੰਡੀਸ਼ਨ ਜਿਹੜੀ ਸੀ, ਮੈਂ ਇਹਨਾਂ ਦੇ ਨਾਲ ਹੀ ਮੈਂ ਉੱਥੇ ਰਹੀ ਸਾਂ, ਸਾਰੀ ਕੰਡੀਸ਼ਨ ਦੇਖੀ ਸੀ। ਸੋ ਬੱਚੇ ਦੀ ਇਸ ਕੰਡੀਸ਼ਨ ਨੂੰ ਜਾਣਦੇ ਹੋਏ ਜਦੋਂ ਇਹਨਾਂ ਨੇ ਫੈਸਲਾ ਲਿਆ ਤਾਂ ਮੈਨੂੰ ਉਸ ਫੈਸਲੇ ਦੇ ਵਿੱਚ ਹਾਮੀ ਭਰਨ ਲੱਗਿਆ, ਕੋਈ ਵੀ ਜਿਹੜਾ ਵਾ ਦਿੱਕਤ ਨਹੀਂ ਆਈ। ਉਦੋਂ ਤਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਕਿਸੇ ਬਿਮਾਰੀ ਦੇ ਨਾਲ ਪੀੜਤ ਹੈ ਜਾਂ ਕਿੱਦਾਂ। ਉਦੋਂ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਮਾਹੌਲ ਸੀ, ਕਿਸ ਤਰ੍ਹਾਂ ਖੁਸ਼ੀਆਂ ਜਿਹੜੀਆਂ ਮਨਾਈਆਂ ਗਈਆਂ ਸੀ? ਚਾਹੇ ਸਹੁਰੇ ਪਰਿਵਾਰ ਆ ਚਾਹੇ ਪੇਕੇ ਪਰਿਵਾਰ ਨੇ, ਕਦੀ ਵੀ ਕਿਸੇ ਨੇ ਅਗਰ ਕਿਸੇ ਨੇ ਡਿਸੀਜਨ ਲੈਣਾ ਆ ਤਾਂ ਡਿਸੀਜਨ ਦੇ ਵਿੱਚ ਜਿਹੜੀ ਆ ਸਹਿਮਤੀ ਹੀ ਪ੍ਰਗਟਾਉਂਦੇ ਨੇ। ਸੋ ਕਿਸੇ ਨੇ ਵੀ ਇਸ ਚੀਜ਼ ਦੀ ਜਿਹੜੀ ਆ ਨਾ ਨਹੀਂ ਕੀਤੀ ਜਾਂ ਫਿਰ ਕੋਈ ਵੀ ਓਬਜੈਕਸ਼ਨ ਨਹੀਂ ਕੀਤਾ। ਸਰੀਰ ਜਦੋਂ ਸਵਾਸ ਨਿਕਲ ਕੇ ਮਿੱਟੀ, ਤੇ ਮਿੱਟੀ ਨੂੰ ਬਹੁਤਾ ਖੰਗਾ ਲੈਣਾ ਨਹੀਂ ਚਾਹੀਦਾ, ਮਿੱਟੀ ਨੇ ਮਿੱਟੀ ਰਹਿਣਾ। ਅਤੇ ਇਸ ਚੀਜ਼ ਲਈ ਸਾਨੂੰ ਥੋੜ੍ਹੀ ਜਿਹੀ ਸੋਚ ਵੱਡੀ ਕਰਕੇ ਥੋੜ੍ਹੀ ਜਿਹੀ ਵਿਗਿਆਨਕ ਅਪਰੋਚ ਰੱਖਦਿਆਂ ਸਾਨੂੰ ਇਸ ਚੀਜ਼ ਲਈ ਅੱਗੇ ਆਉਣਾ ਚਾਹੀਦਾ। ਮੈਂ ਇਸ ਗੱਲੋਂ ਵੀ ਹੈਰਾਨ ਹੋਇਆ ਸੀਗਾ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਭਾਰਤ ਦੇ ਵਿੱਚ ਜਿਹੜਾ ਉੱਤਰੀ ਭਾਰਤ ਆ, ਇਹ 'ਚ ਸਭ ਤੋਂ ਵੱਧ ਇਹ ਦਾਨੀ ਨੇ, ਅਤੇ PGI ਉਹਨਾਂ ਚੰਡੀਗੜ੍ਹ ਉਹਦੇ 'ਚੋਂ ਆ ਜਿਹਦੇ 'ਚ ਸਭ ਤੋਂ ਵੱਧ ਡੋਨਰ ਜਿਹੜੇ ਆ ਆਉਂਦੇ ਆ। ਦੁਨੀਆ ਦੇ ਵਿੱਚ ਕੁਝ ਰੂਹਾਂ ਦਾ ਜਨਮ ਦੂਸਰਿਆਂ ਨੂੰ ਜੀਵਨ ਦਾਨ ਦੇਣ ਲਈ ਹੁੰਦਾ ਹੈ। ਅਜਿਹੀਆਂ ਕਈ ਉਦਾਹਰਨਾਂ ਨੇ। ਇੱਕ ਉਦਾਹਰਣ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਆਈ ਹੈ। ਸੁਖਬੀਰ ਸਿੰਘ ਸੰਧੂ ਅਤੇ ਸੁਪ੍ਰੀਤ ਦੀ ਕੁੱਖੋਂ ਜਨਮੀ ਆਬਾਦਤ ਕੌਰ, ਜਿਸ ਦਾ ਜਨਮ ਹੋਇਆ 39 ਦਿਨ ਦੀ ਮਹਿਜ਼ ਉਸਨੇ ਜ਼ਿੰਦਗੀ ਜੀ, ਪਰ ਇੱਕ ਵਿਅਕਤੀ ਨੂੰ ਜਾਂਦੇ ਜਾਂਦੇ ਜੀਵਨ ਦਾਨ ਦੇ ਗਈ। ਉਸਦੇ ਮਾਤਾ ਪਿਤਾ ਮੌਜੂਦ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਦੱਸ ਦੇਵਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਕੀ ਬਾਤ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦੇ ਇਸ ਕੰਮ ਦੀ ਸਰਾਹਨਾ ਕੀਤੀ ਗਈ, ਜਿਹੜੇ ਉਹਨਾਂ ਵੱਲੋਂ ਅੰਗ ਦਾਨ ਜਿਹੜੇ ਬੱਚੀ ਦੇ ਕੀਤੇ ਗਏ ਨੇ, ਉਸ ਦੀ ਸਰਾਹਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪ ਕੀਤੀ, ਤੇ ਨਾਲ ਹੀ ਇਹ ਵੀ ਸੰਦੇਸ਼ ਦਿੱਤਾ ਕਿ ਇਹਨਾਂ ਦੇ ਜੀਵਨ ਤੋਂ ਸਾਨੂੰ, ਜਾਂ ਜੋ ਇਹਨਾਂ ਨੇ ਕਾਰਜ ਕੀਤਾ ਉਸ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਸੁਖਬੀਰ ਸਿੰਘ ਸੰਧੂ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਜੀ ਸੁਖਬੀਰ ਜੀ, ਆਬਾਦਤ ਕੌਰ ਦਾ ਜਨਮ ਹੋਇਆ, ਸੁਪ੍ਰੀਤ ਦੀ ਕੁੱਖੋਂ ਤੁਹਾਡੀ ਬੱਚੀ ਸੀ, 39 ਦਿਨ ਦੀ ਜ਼ਿੰਦਗੀ ਉਹਨੇ ਜੀ, ਫਿਰ ਉਹ ਜਾਂਦੀ ਜਾਂਦੀ ਆਪਣੇ ਔਰਗਨਸ ਜਿਹੜੇ ਉਹ ਦਾਨ ਕਰ ਗਈ, ਔਰ ਅੱਜ ਇੱਕ ਮਨੁੱਖ ਉਸ ਦੀ ਵਜ੍ਹਾ ਦੇ ਨਾਲ ਜਿਹੜਾ ਜ਼ਿੰਦਗੀ ਜਿਉਂ ਰਿਹਾ, ਕਿਵੇਂ ਦਾ ਮਹਿਸੂਸ ਹੁੰਦਾ? ਸਾਨੂੰ ਆਪਣੀ ਧੀ 'ਤੇ ਬਹੁਤ ਮਾਣ ਹੈ ਜੀ। ਮੈਨੂੰ ਲੱਗਦਾ ਕਿ ਮੇਰੀ ਉਮਰ 39 ਸਾਲ ਆ, ਅਤੇ ਮੈਂ ਆਪਣੇ ਮਾਪਿਆਂ ਦਾ ਨਾਂ ਨਹੀਂ ਰੌਸ਼ਨ ਕਰ ਸਕਿਆ ਉਹਨਾਂ ਜਿੰਨਾ ਮੇਰੀ ਧੀ 39 ਦਿਨ ਦੀ ਜ਼ਿੰਦਗੀ ਭੋਗ ਕੇ ਸਾਡਾ ਨਾਂ ਕੁੱਲ ਦੁਨੀਆ ਤੱਕ ਪਹੁੰਚਾ ਗਈ। ਮੈਂ ਸਮਝਦਾ ਹੁਣ ਸਾਡੀ ਧੀ ਨਾ ਰਹਿ ਕੇ ਭਾਰਤ ਦੀ ਬੇਟੀ ਬਣ ਗਈ, ਕਿਉਂਕਿ ਘਰ ਘਰ ਉਸ ਦਾ ਚਰਚਾ ਕੱਲ੍ਹ ਹੋਇਆ। ਸੁਖਬੀਰ ਜੀ, ਜੇ ਗੱਲ ਕਰਾਂ ਤਾਂ ਇੱਥੇ ਤਾਂ ਅੱਜ ਕੱਲ੍ਹ ਜੋ ਮਾਹੌਲ ਹੈ, ਇਸ ਸਮਾਜ ਦਾ ਮਾਹੌਲ ਬਣਿਆ ਹੋਇਆ, ਚਾਹੇ ਉਮਰ ਲੋਕਾਂ ਦੀ 40 ਸਾਲ 50 ਸਾਲ ਹੋਵੇ, ਤਾਂ ਉਹ ਵੀ ਆਪਣੇ ਅੰਗ ਡੋਨੇਟ ਕਰਨ ਤੋਂ ਡਰਦੇ ਨੇ, ਪਰਹੇਜ਼ ਕਰ ਲੈਂਦੇ ਨੇ। ਪਰ ਤੁਹਾਡੇ ਮਨ ਵਿੱਚ ਕਿਵੇਂ ਆਇਆ ਕਿ ਤੁਹਾਡੀ ਫੁੱਲ ਜਿਹੀ ਬੱਚੀ ਸੀਗੀ, 39 ਦਿਨ ਦੀ ਮਹਿਜ਼ ਜ਼ਿੰਦਗੀ ਜੀਤੀ ਉਹਨੇ, ਤਾਂ ਉਸ ਤੋਂ ਬਾਅਦ 'ਚ ਤੁਸੀਂ ਕਿਵੇਂ ਇਹ ਮਨ ਵਿੱਚ ਸੋਚ ਲਿਆ ਕਿ ਉਸਦੇ ਔਰਗਨ ਸਾਨੂੰ ਦਾਨ ਕਰਨੇ ਚਾਹੀਦੇ ਨੇ? ਦੇਖੋ ਜੀ, ਮੈਂ ਔਰ ਮੇਰੇ ਧਰਮ ਪਤਨੀ ਸੁਪ੍ਰੀਤ, ਅਸੀਂ ਦੋਵੇਂ ਸਾਇੰਸ ਦੇ ਵਿਦਿਆਰਥੀ ਰਹੇ ਹਾਂ। ਸਾਡੇ ਪਿਤਾ ਜੀ ਵੀ ਸਾਇੰਸ ਦੇ ਹੀ ਅਧਿਆਪਕ ਰਹੇ ਆ, ਅਤੇ ਅਸੀਂ ਸਮਝਦੇ ਹਾਂ ਕਿ ਸਾਡਾ ਜਿਹੜਾ ਸਰੀਰ ਆ, ਇਹ ਜਦੋਂ ਇਹ 'ਚੋਂ ਸਵਾਸ ਨਿਕਲ ਜਾਂਦੇ ਆ, ਜਦੋਂ ਜੋਤ ਚਲੇ ਜਾਂਦੀ ਆ, ਪਿੱਛੇ ਸਰੀਰ ਸਾਡਾ ਜਿਹੜਾ ਵਾ, ਇਹ 5 ਤੱਤਾਂ ਦਾ ਪੁਤਲਾ ਵਾ, ਇਹ ਮਿੱਟੀ ਆ। ਸੋ ਜੇ ਮਿੱਟੀ ਸਾਂਭਣੀ ਆ, ਕੋਈ ਦਬਾ ਦਿੰਦਾ, ਕੋਈ ਜਲਾ ਦਿੰਦਾ, ਅੰਤ ਹੱਡੀਆਂ ਵੀ ਜਿਹੜੀਆਂ ਨੇ ਉਹ ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ ਨੇ, ਅਤੇ ਸਾਡੇ ਅੰਗ ਸਾਡੇ ਮਰਨ ਤੋਂ ਬਾਅਦ ਕੁਝ ਸਮਾਂ ਜੀਵਤ ਰਹਿੰਦੇ ਨੇ, ਅਤੇ ਜੇ ਉਹ ਅੰਗ ਕਿਸੇ ਹੋਰ ਦੇ ਕੰਮ ਆ ਜਾਣ, ਤਾਂ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਸ ਚੀਜ਼ ਲਈ ਅੱਗੇ ਆਉਣਾ ਚਾਹੀਦਾ, ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ 'ਚ ਉਜਾਲਾ ਕੀਤਾ ਜਾ ਸਕੇ। ਉਸ ਤੋਂ ਇਲਾਵਾ ਜਿਹੜੇ ਆਪਣਾ ਵਿਛੜਿਆ, ਆਪਣਾ ਪਿਆਰਾ, ਆਪਣਾ ਸਨੇਹੀ ਜਿਹੜਾ, ਉਹਨੂੰ ਕਿਸੇ ਹੋਰ ਦੇ ਵਿੱਚੋਂ ਅਸੀਂ ਲੰਮਾ ਸਮਾਂ ਵੇਖ ਸਕੀਏ। ਸੁਖਬੀਰ ਜੀ, ਤੁਹਾਡਾ ਪਰਿਵਾਰ ਜਿਹੜਾ ਸਮਾਜ ਸੇਵਾ ਦੇ ਨਾਲ ਜੁੜਿਆ ਰਿਹਾ, ਜਦੋਂ ਤੁਹਾਡੀ ਬੇਟੀ ਦਾ ਜਨਮ ਹੋਇਆ ਸੀ ਤਾਂ ਉਸੇ ਟਾਈਮ ਹੀ ਡਾਕਟਰਸ ਨੇ ਕਹਿ ਦਿੱਤਾ ਸੀ ਕਿ ਬਹੁਤ ਘੱਟ ਜਿਹੜੀ ਉਮਰ ਹੈ। ਫਿਰ ਇਹ ਮਨ 'ਚ ਖਿਆਲ ਕਿਵੇਂ ਆ ਗਿਆ ਔਰਗਨਸ ਇਹਦੇ ਦਾਨ ਕੀਤੇ ਜਾਣ? ਪਤਨੀ ਦੇ ਨਾਲ ਸਲਾਹ ਕੀਤੀ, ਪਰਿਵਾਰ ਦੇ ਨਾਲ ਸਲਾਹ ਕੀਤੀ, ਜਾਂ ਫਿਰ ਇੱਕਦਮ ਜਿਹੜਾ ਇਹ ਦਿਮਾਗ 'ਚ ਤੁਹਾਡੇ ਫੁਰਨਾ ਫੁਰਿਆ ਕਿ ਕਿਸੇ ਹੋਰ ਨੂੰ ਜੀਵਨ ਦਾਨ ਦੇਣਾ ਚਾਹੀਦਾ? ਦੇਖੋ ਜੀ, ਇਸ ਔਰਗਨ ਡੋਨੇਸ਼ਨ ਬਾਰੇ ਤਾਂ ਅਸੀਂ ਭਲੀ ਭਾਂਤ ਜਾਣੂ ਹੀ ਸੀਗੇ ਸਾਰੇ, ਕਿਉਂਕਿ ਸਾਡੇ ਇੱਕ ਕਲੋਜ਼ ਫੈਮਿਲੀ ਫਰੈਂਡ ਨੇ
ਪ੍ਰਿਆ ਮੈਡਮ ਨੇ, ਉਹਨਾਂ ਨੇ ਆਪਣੇ ਔਰਗਨ ਦਾਨ ਕੀਤੇ ਸੀਗੇ ਅਤੇ ਉਹ ਵੀ ਸਾਡੇ ਲਈ ਪ੍ਰੇਰਨਾ ਸਰੋਤ ਸੀਗੇ। ਅਤੇ ਦੂਸਰਾ, ਉਸ ਸਮੇਂ ਇਹ ਡਿਸੀਜ਼ਨ ਲੈਣਾ ਐਡਾ ਸੌਖਾ ਨਹੀਂ ਸੀ। ਇਹ ਪਰਮਾਤਮਾ ਨੇ ਹਿੰਮਤ ਦਿੱਤੀ ਅਤੇ ਅਸੀਂ ਇਹ ਫੈਸਲਾ ਲੈ ਸਕੇ। ਅਤੇ ਬਾਕੀ ਪਰਿਵਾਰ ਨੇ ਸਾਨੂੰ ਸਹਿਮਤੀ ਦਿੱਤੀ ਇਸ ਚੀਜ਼ ਲਈ, ਅਤੇ ਇਸ ਨਿਰਣੇ 'ਤੇ ਆਏ ਕਿ ਕਿਉਂ ਨਾ ਅਸੀਂ ਆਪਣੀ ਬੱਚੀ ਨੂੰ ਕਿਸੇ ਹੋਰ ਦੇ ਵਿੱਚੋਂ ਵੇਖੀਏ। ਕੋਈ ਰਾਹ ਦੇ ਵਿੱਚ ਕੋਈ ਇਹੋ ਜਿਹੀ ਰੁਕਾਵਟ ਤਾਂ ਨਹੀਂ ਆਈ ਜਦੋਂ ਇਬਾਦਤ ਕੌਰ ਦੇ ਜਿਹੜੇ ਔਰਗਨ ਸੀ ਡੋਨੇਟ ਕਰਨ ਦੀ ਗੱਲ ਆਈ, ਤਾਂ ਕੋਈ ਇਹੋ ਜਿਹੀ ਕੋਈ ਰੁਕਾਵਟ ਜਾਂ ਕੋਈ ਅੜਚਨ ਸਾਹਮਣੇ ਤਾਂ ਨਹੀਂ ਉਸ ਸਮੇਂ? ਨਹੀਂ ਜੀ, ਅਸੀਂ ਜਦੋਂ ਉੱਥੇ PGI ਦੇ ਐਡਮਿਨਿਸਟ੍ਰੇਸ਼ਨ ਬਲਾਕ 'ਚ ਸੰਪਰਕ ਕੀਤਾ ਕਿ ਅਸੀਂ ਆਪਣੇ ਬੱਚੇ ਦੇ ਅੰਗ ਦਾਨ ਕਰਨੇ ਚਾਹੁੰਦੇ ਹਾਂ, ਤਾਂ ਉੱਥੇ ਡਾਕਟਰ ਪਾਰੁਲ ਨੇ ਸਾਡੇ ਨਾਲ ਕਨਵਰਸੇਸ਼ਨ ਕੀਤੀ। ਉਹਨਾਂ ਨੇ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਇੱਕ ਇੰਨੇ ਛੋਟੇ ਬੱਚੇ ਦੇ ਸਿਰਫ ਕਿਡਨੀਜ਼ ਲਈਆਂ ਜਾ ਸਕਦੀਆਂ ਨੇ, ਲੀਗਲੀ ਅਸੀਂ ਹੋਰ ਕੋਈ ਅੰਗ ਨਹੀਂ ਲੈ ਸਕਦੇ। ਅਤੇ ਉਹਨਾਂ ਨੇ ਸਾਡੀ ਕੰਸੈਂਟ ਲੈ ਕੇ ਫਿਰ ਇਹ ਨਿਰਣਾ ਅਸੀਂ ਲਿਆ। ਅਤੇ ਮੈਨੂੰ ਲੱਗਦਾ ਕਿ ਉਹ PGI ਦਾ ਜਿਹੜਾ ਸਟਾਫ ਆ, ਜਿਹੜੇ ਡਾਕਟਰ ਸਾਹਿਬਾਨ ਨੇ, ਉਹਨਾਂ ਬਹੁਤ ਕੋਆਪਰੇਟ ਕੀਤਾ ਸਾਨੂੰ ਇਸ ਚੀਜ਼ ਲਈ। ਈਵਨ ਸਾਡਾ ਹੌਸਲਾ ਉਹਨਾਂ ਵਧਾਇਆ ਜੀ ਇਸ ਚੀਜ਼ ਲਈ। ਇੱਕ ਹੋਰ ਗੱਲ ਹੈ ਸੰਧੂ ਸਾਹਿਬ, ਜਿਵੇਂ ਕਿ ਪਹਿਲਾਂ ਇੱਕ ਲਾਅ ਸੀ, ਕਾਨੂੰਨ ਸੀ ਕਿ ਆਪਾਂ ਬਾਹਰਲੀ ਸਟੇਟ ਦੇ ਵਿੱਚ ਜਾ ਕੇ ਨਹੀਂ ਦੇ ਸਕਦੇ, ਪਰ ਇਸ ਬੱਚੀ ਤੋਂ ਪ੍ਰਧਾਨ ਮੰਤਰੀ ਸਾਹਿਬ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਸੇ ਟਾਈਮ ਅਨਾਉਂਸ ਕੀਤਾ ਵੀ ਹੁਣ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਆਪਣੇ ਔਰਗਨਸ ਜਿਹੜੇ ਡੋਨੇਟ ਕਰ ਸਕਦੇ ਹੋ। ਇੰਨਾ ਵੱਡਾ ਫੈਸਲਾ ਇਬਾਦਤ ਕੌਰ ਦੀ ਵਜ੍ਹਾ ਨਾਲ ਲਿਆ ਗਿਆ, ਕਿਵੇਂ ਦੇਖਦੇ ਹੋ? ਬਿਲਕੁਲ ਜੀ, ਇਸ ਚੀਜ਼ 'ਤੇ ਵੀ ਸਾਨੂੰ ਮਾਣ ਆ ਕਿ ਸਾਡੀ ਬੱਚੀ ਕਰਕੇ ਕਿੰਨੇ ਉਹ ਲੋਕ ਜਿਹੜੇ ਅੰਗ ਉਡੀਕ ਰਹੇ ਨੇ ਕਿ ਕੋਈ ਦਾਨੀ ਸੱਜਣ ਆਉਣ ਅਤੇ ਅਸੀਂ ਉਹਨਾਂ ਦੇ ਅੰਗ ਆਪਣੇ ਸਰੀਰ ਦੇ ਵਿੱਚ ਲੈ ਕੇ ਅਤੇ ਆਪਣਾ ਚੰਗਾ ਜੀਵਨ ਬਿਤਾ ਸਕੀਏ। ਮੈਂ ਇਸ ਗੱਲੋਂ ਵੀ ਹੈਰਾਨ ਹੋਇਆ ਸੀਗਾ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਭਾਰਤ ਦੇ ਵਿੱਚ ਜਿਹੜਾ ਉੱਤਰੀ ਭਾਰਤ ਆ, ਇਹ 'ਚ ਸਭ ਤੋਂ ਵੱਧ ਇਹ ਦਾਨੀ ਨੇ, ਅਤੇ PGI ਉਹਨਾਂ ਚੰਡੀਗੜ੍ਹ ਉਹਦੇ 'ਚੋਂ ਆ ਜਿਹਦੇ 'ਚ ਸਭ ਤੋਂ ਵੱਧ ਡੋਨਰ ਜਿਹੜੇ ਆ ਆਉਂਦੇ ਆ। ਅਤੇ ਮੈਨੂੰ ਲੱਗਦਾ ਕਿ ਜਿਹੜਾ ਸਮੁੱਚਾ ਭਾਰਤ ਆ, ਉਹਨੂੰ ਹੁਣ ਇਸ ਚੀਜ਼ ਲਈ ਸੰਘਰਸ਼ ਘੱਟ ਜਾਏਗਾ ਕਿ ਸਾਨੂੰ ਡੋਨਰ ਜਿਹੜੇ ਬਾਹਰਲੇ ਸੂਬਿਆਂ ਤੋਂ ਵੀ ਜਿਹੜੇ ਆ ਉਹ ਜਾ ਕੇ ਦਾਨ ਉੱਥੇ ਉਹਨਾਂ ਕੋਲੋਂ ਦਾਨ ਲਿਆ ਜਾ ਸਕਦਾ। ਅਤੇ ਇਸ ਧਰਤੀ ਜਿੱਥੇ ਆਪਾਂ ਬੈਠੇ ਹਾਂ, ਇਹ ਤਾਂ ਧਰਤੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਆ, ਅਤੇ ਇੱਥੇ ਤਾਂ ਸਾਨੂੰ ਸੁਨੇਹਾ ਹੀ ਮਨੁੱਖਤਾ ਦੀ ਭਲਾਈ ਦਾ, ਭਾਈਚਾਰਕ ਸਾਂਝ ਦਾ, ਇਨਸਾਨੀਅਤ ਦਾ ਮਿਲਦਾ। ਅਤੇ ਮੈਨੂੰ ਲੱਗਦਾ ਕਿ ਇਹ ਸੁਨੇਹਾ ਘਰ ਘਰ ਪਹੁੰਚੇਗਾ ਅਤੇ ਹੋਰ ਵੀ ਲੋਕ ਪ੍ਰੇਰਿਤ ਹੋਣਗੇ। ਬਿਲਕੁਲ ਜੀ। ਹੁਣ ਮੈਂ ਗੱਲ ਕਰਦਾ ਇਬਾਦਤ ਕੌਰ ਦੀ ਜਿਹੜੇ ਮਾਤਾ ਜੀ ਨੇ ਸੁਪ੍ਰੀਤ ਜੀ, ਉਹਨਾਂ ਨਾਲ। ਸੁਪ੍ਰੀਤ ਜੀ, ਇੱਕ ਪਿਤਾ ਵਾਸਤੇ ਤਾਂ ਸ਼ਾਇਦ ਇਹ ਫੈਸਲਾ ਲੈ ਲਿਆ ਗਿਆ, ਪਰ ਇੱਕ ਮਾਂ ਵਾਸਤੇ ਬੜਾ ਔਖਾ ਹੁੰਦਾ ਆਪਣੀ ਮਹਿਜ 39-40 ਦਿਨ ਦੀ ਛੋਟੀ ਜਿਹੀ ਬੱਚੀ ਦੇ ਸੰਬੰਧ ਵਿੱਚ ਇਹ ਫੈਸਲਾ ਲੈਣਾ ਕਿ ਉਸਦੇ ਜਿਹੜੇ ਔਰਗਨਸ ਆ, ਹਾਲਾਂਕਿ ਜਨਮ ਲਿਆ ਹੁੰਦਾ, ਖੁਸ਼ੀਆਂ ਮਨਾਈਆਂ ਹੁੰਦੀਆਂ ਨੇ, ਬੱਚਾ ਚੱਲ ਅੱਜ ਕੱਲ੍ਹ ਲੜਕਾ ਹੋਵੇ ਚਾਹੇ ਲੜਕੀ, ਇੱਕੋ ਜਿਹੀ ਖੁਸ਼ੀ ਹੁੰਦੀ ਹੈ। ਅਤੇ ਤੁਹਾਨੂੰ ਕਿੱਦਾਂ ਦਾ ਲੱਗਾ ਸੀਗਾ? ਕੋਈ ਇਹੋ ਜਿਹੀ ਗੱਲ ਮਨ 'ਚ ਤਾਂ ਨਹੀਂ ਆਈ ਜਦੋਂ ਔਰਗਨ ਡੋਨੇਟ ਕਰਨ ਦੀ ਗੱਲ ਕੀਤੀ, ਕੋਆਪਰੇਟ ਕੀਤਾ ਤੁਸੀਂ ਆਪਣੇ ਹਸਬੈਂਡ ਨਾਲ? ਹਾਂਜੀ, ਜਦੋਂ ਮੇਰੀ ਬੱਚੀ ਬਿਮਾਰੀ ਨਾਲ ਜੂਝ ਰਹੀ ਸੀ, ਬਹੁਤ ਕਸ਼ਟ ਚੱਲ ਰਹੀ ਸੀ, ਤਾਂ ਉਸ ਦੀ ਸਾਰੀ ਕੰਡੀਸ਼ਨ ਜਿਹੜੀ ਸੀ, ਮੈਂ ਇਹਨਾਂ ਦੇ ਨਾਲ ਹੀ ਮੈਂ ਉੱਥੇ ਰਹੀ ਸਾਂ, ਸਾਰੀ ਕੰਡੀਸ਼ਨ ਦੇਖੀ ਸੀ। ਸੋ ਬੱਚੇ ਦੀ ਇਸ ਕੰਡੀਸ਼ਨ ਨੂੰ ਜਾਣਦੇ ਹੋਏ ਜਦੋਂ ਇਹਨਾਂ ਨੇ ਫੈਸਲਾ ਲਿਆ ਤਾਂ ਮੈਨੂੰ ਉਸ ਫੈਸਲੇ ਦੇ ਵਿੱਚ ਹਾਮੀ ਭਰਨ ਲੱਗਿਆ, ਕੋਈ ਵੀ ਜਿਹੜਾ ਵਾ ਦਿੱਕਤ ਨਹੀਂ ਆਈ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰਾ ਬੱਚਾ ਅਗਰ ਨਹੀਂ ਰਹੇਗਾ ਤਾਂ ਉਹ ਕਿਸੇ ਦੇ ਕੰਮ 'ਤੇ ਆ ਸਕੇਗਾ। ਸੋ ਇਸ ਕਰਕੇ ਜਿੰਨੀ ਦੇਰ ਉਹਦੇ ਸਵਾਸ ਸੀ ਉਨੀ ਦੇਰ ਤਾਂ ਮੈਨੂੰ ਥੋੜ੍ਹਾ ਜਿਹਾ ਮੁਸ਼ਕਿਲ ਜ਼ਰੂਰ ਲੱਗਦਾ ਸੀ ਇਸ ਫੈਸਲੇ ਦੇ ਵਿੱਚ ਹਾਮੀ ਭਰਨਾ, ਲੇਕਿਨ ਜਦੋਂ ਡਾਕਟਰਸ ਨੇ ਵੀ ਜਵਾਬ ਦੇ ਦਿੱਤਾ ਤਾਂ ਫਿਰ ਇਸ ਫੈਸਲੇ ਲਈ ਜਿਹੜੀ ਆ ਨਾ ਕਰਨਾ ਜਾਂ ਫਿਰ ਉਹਦੇ ਵਿੱਚ ਹਾਮੀ ਨਾ ਭਰਨਾ ਜਿਹੜਾ ਉਹ ਬਿਲਕੁਲ ਵੀ ਪੋਸੀਬਲ ਨਹੀਂ ਸੀ। ਜਦੋਂ ਇਬਾਦਤ ਦਾ ਜਨਮ ਹੋਇਆ ਸੀ ਉਦੋਂ ਤਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਕਿਸੇ ਬਿਮਾਰੀ ਦੇ ਨਾਲ ਪੀੜਤ ਹੈ ਜਾਂ ਕਿੱਦਾਂ, ਉਦੋਂ ਕਿਸ ਤਰ੍ਹਾਂ ਪਰਿਵਾਰ ਦੇ ਵਿੱਚ ਮਾਹੌਲ ਸੀ, ਕਿਸ ਤਰ੍ਹਾਂ ਖੁਸ਼ੀਆਂ ਜਿਹੜੀਆਂ ਮਨਾਈਆਂ ਗਈਆਂ ਸੀ? ਬੱਚੀ ਦੇ ਜੀ ਜਨਮ ਵੇਲੇ ਸਾਰੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਸੀ, ਕਿਉਂਕਿ ਇਸ ਦੇ ਜਿਹੜੇ ਕਜ਼ਨਸ ਨੇ ਉਹ ਕਾਫੀ ਵੱਡੇ ਇਹਨਾਂ ਤੋਂ ਸਾਰੇ, ਸੋ ਉਹਨਾਂ ਲਈ ਇੱਕ ਛੋਟਾ ਖਿਡੌਣਾ ਆਇਆ ਸੀ ਪਰਿਵਾਰ ਦੇ ਵਿੱਚ, ਔਰ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਸੀ ਇਹਦੇ ਆਉਣ ਦੀ। ਸੋ ਸਾਡੇ ਲਈ ਤਾਂ ਬਹੁਤ ਖੁਸ਼ੀਆਂ ਭਰਾ ਮਾਹੌਲ ਸੀ, ਲੇਕਿਨ ਜ਼ਿਆਦਾ ਸਾਥ ਜਿਹੜਾ ਉਹ ਲੰਬਾ ਨਹੀਂ ਸੀ ਸਾਡਾ ਉਹਦੇ ਨਾਲ ਸ਼ਾਇਦ। ਸੁਪ੍ਰੀਤ ਜੀ, ਇਹ ਤਾਂ ਗੱਲ ਠੀਕ ਹੈ ਕਿ ਇਬਾਦਤ ਕੌਰ ਨੇ ਜੋ ਕੁਰਬਾਨੀ ਮੈਂ ਤਾਂ ਕਹਾਂਗਾ ਉਹਨੇ ਦਿੱਤੀ ਹੈ, ਹੈ ਨਾ। ਉਸ ਦਾ ਜਨਮ ਹੀ ਸ਼ਾਇਦ ਕਿਸੇ ਨੂੰ ਜੀਵਨ ਦਾਨ ਦੇਣ ਲਈ ਹੋਇਆ ਸੀ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਪਰ ਕਿਸੇ ਟਾਈਮ ਹੁੰਦਾ ਕਿ ਕੋਈ ਨਾ ਕੋਈ ਪਰਿਵਾਰਕ ਮੈਂਬਰ ਕਹਿ ਦਿੰਦਾ ਕਿ ਨਹੀਂ ਬੱਚਾ ਛੋਟਾ ਹੈ ਸਾਡਾ, ਅਸੀਂ ਇੱਦਾਂ ਨਹੀਂ ਕਰਨਾ। ਕੋਈ ਇਹੋ ਜਿਹੀ ਗੱਲ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਲ ਤਾਂ ਨਹੀਂ ਹੋਈ ਤੁਹਾਡੀ? ਬੇਸ਼ੱਕ ਤੁਹਾਡੇ ਹਸਬੈਂਡ ਤੁਹਾਡੇ ਨਾਲ ਖੜੇ ਸੀ।
ਕੋਈ ਪੇਕੇ ਪਰਿਵਾਰ 'ਚ ਹੋਈ ਹੋਵੇ ਜਾਂ ਸਹੁਰੇ ਪਰਿਵਾਰ? ਨਹੀਂ ਜੀ, ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਪਰਿਵਾਰ ਚਾਹੇ ਸਹੁਰੇ ਪਰਿਵਾਰ ਹੈ ਚਾਹੇ ਪੇਕੇ ਪਰਿਵਾਰ ਨੇ, ਕਦੀ ਵੀ ਕਿਸੇ ਨੇ ਅਗਰ ਕਿਸੇ ਨੇ ਡਿਸੀਜਨ ਲੈਣਾ ਆ ਤਾਂ ਡਿਸੀਜਨ ਦੇ ਵਿੱਚ ਜਿਹੜੀ ਆ ਸਹਿਮਤੀ ਹੀ ਪ੍ਰਗਟਾਉਂਦੇ ਨੇ। ਸੋ ਕਿਸੇ ਨੇ ਵੀ ਇਸ ਚੀਜ਼ ਲਈ ਜਿਹੜੀ ਆ ਨਾ ਨਹੀਂ ਕੀਤੀ ਜਾਂ ਫਿਰ ਕੋਈ ਵੀ ਆਬਜੈਕਸ਼ਨ ਨਹੀਂ ਕੀਤਾ। ਐਜ਼ ਏ ਮਦਰ, ਮਾਵਾਂ ਦੇ ਦਿਲ ਬੜੇ ਛੋਟੇ ਹੁੰਦੇ ਨੇ ਆਪਣੇ ਬੱਚਿਆਂ ਪ੍ਰਤੀ, ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਅਪੀਲ ਕਰਨਾ ਚਾਹੁੰਦੇ ਹੋ ਦੂਸਰੇ ਮਾਪਿਆਂ ਨੂੰ ਜਿਨ੍ਹਾਂ ਦੇ ਬੱਚੇ, ਰੱਬ ਨਾ ਕਰੇ ਅਸੀਂ ਤਾਂ ਕਹਿੰਦੇ ਕਿ ਹਰ ਇੱਕ ਦੀ ਲੰਬੀ ਉਮਰ ਹੋਵੇ, ਜਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਬਿਮਾਰੀਆਂ ਨਾਲ ਜੂਝ ਰਹੇ ਨੇ, ਕੰਮ ਆ ਸਕਦੇ ਨੇ, ਇਹੋ ਜਿਹੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋ? ਇੱਕ ਮਾਂ ਦੇ ਨਾਤੇ ਜਿਹੜਾ ਵਾ ਮੈਨੂੰ ਪਤਾ ਹੈ ਕਿ ਇਹ ਡਿਸੀਜਨ ਲੈਣਾ ਬਹੁਤ ਔਖਾ ਆ, ਲੇਕਿਨ ਪਰਮਾਤਮਾ ਨਾ ਕਰੇ ਕਦੀ ਕਿਸੇ ਨਾਲ ਇਹ ਕੁਛ ਵਾਪਰੇ, ਪਰ ਜੇਕਰ ਵਾਪਰਦਾ ਆ ਤਾਂ ਫਿਰ ਹਰ ਇੱਕ ਨੂੰ ਜਿਹੜਾ ਵਾ ਸੋਚਣਾ ਚਾਹੀਦਾ ਆ ਕਿ ਉਹ ਕਿਸੇ ਹੋਰ ਦੇ ਕੰਮ ਹੀ ਆ ਜਾਣ। ਸੋ ਇਸ ਕਰਕੇ ਜ਼ਰੂਰ ਦੂਸਰਿਆਂ ਦੀ ਹੈਲਪ ਜਿਹੜੀ ਜ਼ਰੂਰ ਕਰਨੀ ਚਾਹੀਦੀ। ਬਿਲਕੁਲ ਜੀ, ਇਹ ਇਬਾਦਤ ਕੌਰ ਦੇ ਮਾਤਾ ਦੀ ਸੀ। ਇੱਕ ਵਾਰ ਫਿਰ ਮੈਂ ਪਿਤਾ ਜੀ ਕੋਲ ਵਾਪਸ ਆਉਣਾ ਸਵਾਲ ਕਰਦਾ। ਸੰਧੂ ਸਾਹਿਬ, ਜਿਵੇਂ ਇਬਾਦਤ ਨੇ ਕੀਤਾ, ਜੋ ਕੁਰਬਾਨੀ ਇਬਾਦਤ ਦੀ ਹੈ, ਉਹਨਾਂ ਨੇ ਤਾਂ ਜਿਹੜੇ ਉਹਨਾਂ ਦੇ ਮਾਤਾ ਜੀ ਉਹਨਾਂ ਨੇ ਤਾਂ ਕਿਹਾ ਕਿ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ। ਤੁਹਾਡਾ ਇਹਦੇ ਬਾਰੇ ਕੀ ਰਾਏ ਹੈ? ਹਾਲਾਂਕਿ ਲੋਕ, ਜੇ ਮੈਂ ਪਹਿਲਾਂ ਵੀ ਕਿਹਾ ਕਿ ਥੋੜ੍ਹਾ ਕਿਨਾਰਾ ਕਰਦੇ ਨੇ ਇਸ ਚੀਜ਼ ਤੋਂ। ਮੈਂ ਸਮਝਦਾ ਕਿ ਜਿਹੜਾ ਕਿਨਾਰਾ ਕਰਨ ਦਾ ਵੱਡਾ ਕਾਰਨ ਆ ਉਹ ਸ਼ਾਇਦ ਅਸੀਂ ਉਹਨੂੰ ਧਾਰਮਿਕ ਰਹੁ ਰੀਤਾਂ ਦੇ ਨਾਲ ਜੋੜ ਲੈਂਦੇ ਹਾਂ, ਅਤੇ ਇਹ ਸਾਡੇ ਧਾਰਮਿਕ ਆਗੂਆਂ ਨੂੰ ਵੀ ਚਾਹੀਦਾ ਕਿ ਇਸ ਚੀਜ਼ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਕਿ ਸਰੀਰ ਜਦੋਂ ਸਵਾਸ ਨਿਕਲ ਕੇ ਮਿੱਟੀ, ਅਤੇ ਮਿੱਟੀ ਨੂੰ ਬਹੁਤਾ ਖੰਗਾਲਣਾ ਨਹੀਂ ਚਾਹੀਦਾ, ਮਿੱਟੀ ਨੇ ਮਿੱਟੀ ਰਹਿਣਾ। ਅਤੇ ਇਸ ਚੀਜ਼ ਲਈ ਸਾਨੂੰ ਥੋੜ੍ਹੀ ਜਿਹੀ ਸੋਚ ਵੱਡੀ ਕਰਕੇ, ਥੋੜ੍ਹੀ ਜਿਹੀ ਵਿਗਿਆਨਕ ਅਪਰੋਚ ਰੱਖਦੇ ਹਾਂ, ਸਾਨੂੰ ਇਸ ਚੀਜ਼ ਲਈ ਅੱਗੇ ਆਉਣਾ ਚਾਹੀਦਾ। ਸੁਖਬੀਰ ਜੀ, ਮੈਂ ਦੇਖਿਆ ਕਿ ਜਦ ਤੁਹਾਡੀ ਇਹ ਖਬਰ ਚੱਲੀ ਸੀ ਤਾਂ ਥੱਲੇ ਕਾਫੀ ਲੋਕਾਂ ਦੇ ਕਮੈਂਟਸ ਆਏ ਸੀ, ਪੋਜ਼ਿਟਿਵ ਕਮੈਂਟ ਸੀ, ਸਾਰਿਆਂ ਨੇ ਇਸ ਕੰਮ ਦੀ ਸਰਾਹਨਾ ਕੀਤੀ ਸੀ। ਪਰ ਕਿਤੇ ਨਾ ਕਿਤੇ ਕੁਝ ਕਮੈਂਟਸ ਆਏ ਜਿੱਥੇ ਲੋਕਾਂ ਦੇ ਮਨਾਂ ਦੇ ਵਿੱਚ ਦੱਸ ਕਿ ਜਦੋਂ ਅਸੀਂ ਆਰਗਨਸ ਡੋਨੇਟ ਕਰਦੇ ਨੇ ਉਹਨਾਂ ਦੀ ਗਲਤ ਇਸਤੇਮਾਲ ਹੁੰਦਾ। ਅਜਿਹਾ ਕੁਝ ਹੁੰਦਾ ਹੈ ਜਾਂ ਤੁਹਾਨੂੰ ਨਜ਼ਰ ਆਇਆ ਕੁਝ ਅਜਿਹਾ? ਜਾਂ ਮੈਨੂੰ ਨਹੀਂ ਜੀ ਲੱਗਦਾ ਅਜਿਹਾ, ਇਹ ਸਿਰਫ ਇੱਕ ਮਿੱਥ ਹੋ ਸਕਦੀ ਹੈ, ਕਿਉਂਕਿ ਜਿਹੜੇ ਆਰਗਨ ਟ੍ਰਾਂਸਪਲਾਂਟ ਕੀਤੇ ਜਾਂਦੇ ਆ ਉਹ ਰਿਪਿਊਟਡ ਰਿਸਰਚ ਇੰਸਟੀਚਿਊਟਸ 'ਚ ਕੀਤੇ ਜਾਂਦੇ ਆ। ਕੋਈ ਇਸ ਤਰ੍ਹਾਂ ਨਹੀਂ ਹੈ ਕਿ ਕਿਤੇ ਉਹ ਖੁੰਬਾਂ ਵਾਂਗੂ ਜਿਹੜੇ ਹਸਪਤਾਲ ਹੋਗੇ ਉਹਨਾਂ ਦੇ ਵਿੱਚ ਟ੍ਰਾਂਸਪਲਾਂਟ ਕੀਤੇ ਜਾਂਦੇ ਆ। ਅਤੇ ਚੰਗੇ ਇੰਸਟੀਚਿਊਟ ਹਮੇਸ਼ਾ ਹੀ ਉਹ ਬਕਾਇਦਾ ਐਥੀਕਲੀ ਉਹਨਾਂ ਦੀਆਂ ਕੁਛ ਵੈਲਿਊਜ਼ ਹੁੰਦੀਆਂ ਨੇ, ਅਤੇ ਬਿਲਕੁਲ ਵੀ ਕਿਸੇ ਇਸ ਚੀਜ਼ ਦਾ 1% ਵੀ ਚਾਂਸ ਨਹੀਂ ਹੈ ਕਿ ਕਿਸੇ ਦੇ ਆਰਗਨਸ ਦਾ ਮਿਸਯੂਜ਼ ਹੁੰਦਾ ਹੋਵੇ। ਚਲੋ ਸੁਖਬੀਰ ਜੀ, ਮੈਂ ਜ਼ਿਆਦਾ ਸਵਾਲ ਨਹੀਂ ਕਰੂੰਗਾ, ਨਾ ਜ਼ਿਆਦਾ ਸਮਾਂ ਲਊਂਗਾ, ਕਿਉਂਕਿ ਤੁਹਾਡੀ ਛੋਟੀ ਜਿਹੀ ਬੱਚੀ ਸੀ, ਭਾਵਨਾਵਾਂ ਜੁੜੀਆਂ ਨੇ। ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੋਗੇ, ਜਿਹੜੇ ਆਮ ਲੋਕ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਕਿਉਂਕਿ ਜਦੋਂ ਅਸੀਂ ਇਸ ਦੁਨੀਆ ਨੂੰ ਛੱਡ ਜਾਂਦੇ ਹਾਂ, ਇੱਕ ਦਿਨ ਮੈਂ ਵੀ ਜਾਣਾ, ਸਭ ਨੇ ਜਾਣਾ, ਔਰ ਇਹੋ ਜਿਹੇ ਲੋਕਾਂ ਨੂੰ ਸਾਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਕਿਸ ਤਰ੍ਹਾਂ ਆਪਣੇ ਆਰਗਨਸ ਜਿਹੜੇ ਡੋਨੇਟ ਕਰੋ, ਕਿਸ ਤਰ੍ਹਾਂ ਲੋਕਾਂ ਨੂੰ ਜਿਹੜੀ ਜ਼ਿੰਦਗੀ ਦਿੱਤੀ ਜਾ ਸਕਦੀ ਜਿਹਨੂੰ ਲੋੜ ਹੈ? ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਬਹੁਤ ਵੱਡੀਆਂ ਉਡੀਕ ਸੂਚੀਆਂ ਨੇ, ਜਿਹੜੇ ਲੋਕ ਜਿਨ੍ਹਾਂ ਦੇ ਅੰਗ ਨਕਾਰਾ ਹੋ ਚੁੱਕੇ ਨੇ ਜਾਂ ਕਿਸੇ ਬਿਮਾਰੀ ਦੇ ਕਾਰਨ ਜਾਂ ਦੁਰਘਟਨਾਵਾਂ ਦੇ ਕਾਰਨ, ਉਹਨਾਂ ਨੂੰ ਬਹੁਤ ਲੋੜ ਆ ਆਪਣੇ ਚੰਗੇ ਜੀਵਨ ਦੇ ਲਈ ਇਹਨਾਂ ਅੰਗਾਂ ਦੀ। ਅਤੇ ਜੇ ਅਸੀਂ ਵਾਕਈ ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲਣਾ, ਜੇ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਕਰ ਕਰ ਪਹੁੰਚਾਉਣਾ, ਅਤੇ ਸਾਨੂੰ ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਜਾਤ ਭੇਦ ਦੇ, ਰੰਗ ਭੇਦ ਦੇ, ਧਰਮ ਦਾ ਵਖਰੇਵੇਂ ਦੇ, ਸਾਨੂੰ ਇਹਨਾਂ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ। ਕਿਸੇ ਵੀ ਤਰੀਕੇ ਨਾਲ ਕਿਸੇ ਦੀ ਅਸੀਂ ਮਦਦ ਕਰ ਸਕਦੇ ਹੋਈਏ ਅਤੇ ਆਪਣੇ ਆਪ ਨੂੰ ਵਡਭਾਗੇ ਸਮਝਣਾ ਚਾਹੀਦਾ। ਬਿਲਕੁਲ ਜੀ, ਇਹ ਸਨ ਨੰਨੀ ਇਬਾਦਤ ਕੌਰ ਦੇ ਮਾਤਾ ਪਿਤਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ। ਔਰ ਇੱਕ ਗੱਲ ਸਭ ਤੋਂ ਵੱਡੀ ਹੈ ਕਿ ਅੰਮ੍ਰਿਤਸਰ ਵਡਭਾਗਾ ਹੈ ਕਿ ਇਸ ਵਕਤ ਇਬਾਦਤ ਕੌਰ ਮਹਿਜ਼ ਜਿਹਨੇ 39 ਦਿਨ ਇਸ ਦੁਨੀਆ ਦੇ ਉੱਤੇ ਬਿਤਾਏ ਅਤੇ ਜਾਂਦੀ ਜਾਂਦੀ ਇੱਕ ਕਿਸੇ ਨੂੰ ਉਹ ਜੀਵਨ ਦਾਨ ਦੇ ਗਈ। ਇੱਕ ਵੱਡੀ ਉਦਾਹਰਣ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਇਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਗਈ ਹੈ। ਔਰ ਜਿਵੇਂ ਕਿ ਇਸ ਮਾਂ-ਬਾਪ ਨੇ ਵੱਡਾ ਜਿਗਰਾ ਕਰਕੇ ਆਪਣੀ ਬੱਚੀ ਦੇ ਜਿਹੜੇ ਆਰਗਨਸ ਡੋਨੇਟ ਕੀਤੇ, ਔਰ ਦੂਸਰਿਆਂ ਨੂੰ ਵੀ ਸਾਡੇ ਵੱਲੋਂ ਵੀ ਅਪੀਲ ਹੈ ਔਰ ਇਹਨਾਂ ਇਸ ਦੰਪਤੀ ਵੱਲੋਂ ਵੀ ਅਪੀਲ ਹੈ ਕਿ ਜੇਕਰ ਅਸੀਂ ਕਿਸੇ ਮਨੁੱਖ ਦੀ ਜਾਨ ਬਚਾ ਸਕਦੇ ਹਾਂ, ਕਿਉਂਕਿ ਜਾਣਾ ਤਾਂ ਇਸ ਦੁਨੀਆ ਤੋਂ ਸਭ ਨੇ ਹੈ, ਜੇਕਰ ਜਿਉਂਦੇ ਜੀ ਅਸੀਂ ਆਪਣੇ ਆਰਗਨਸ ਡੋਨੇਟ ਕਰ ਦਿੰਦੇ ਹਾਂ ਤਾਂ ਅਸੀਂ ਕਿਸੇ ਨਾ ਕਿਸੇ ਵਿਅਕਤੀ ਦੀ ਜਿਹੜੀ ਆ ਉਹ ਜ਼ਿੰਦਗੀ ਜਿਹੜੀ ਬਚਾ ਸਕਦੇ ਹਾਂ, ਉਸ ਨੂੰ ਨਵਾਂ ਜੀਵਨ ਜਿਹੜਾ ਉਹ ਦੇ ਸਕਦੇ ਹਾਂ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਹਾਦਾਨ ਹੈ। ਇਸ ਤਰ੍ਹਾਂ ਜਿਵੇਂ ਸੁਖਬੀਰ ਸਿੰਘ ਦੇ ਨਾਲ ਗੱਲਬਾਤ ਕੀਤੀ, ਸੁਪ੍ਰੀਤ ਜੀ ਨਾਲ ਗੱਲਬਾਤ ਕੀਤੀ, ਕਿਤੇ ਵੀ ਚਿਹਰੇ 'ਤੇ ਸ਼ਿਕਾਇਤ ਨਜ਼ਰ ਨਹੀਂ ਆਉਂਦੀ
ਸ਼ਿਕਸਤ ਨਜ਼ਰ ਨਾ ਆਉਂਦਾ ਇੱਕ ਕਾਰਨ ਹੈ, ਕਿਉਂਕਿ ਇੱਕ ਪਰਿਵਾਰ ਦਾ ਪਿਛੋਕੜ ਜਿਹੜਾ ਉਹ ਸ਼ੁਰੂ ਤੋਂ ਹੀ ਫਰੀडम ਫਾਈਟਰਸ ਦੇ ਨਾਲ ਜੁੜੇ ਹੋਏ ਨੇ, ਸਮਾਜ ਸੇਵੀ ਰਹੇ ਨੇ ਔਰ ਕਿਤੇ ਨਾ ਕਿਤੇ ਸਮਝਦੇ ਨੇ ਕਿ ਜੇਕਰ ਸਾਡਾ ਜੀਵਨ, ਹੁਣ ਸਾਨੂੰ ਪਤਾ ਕਿ ਅਸੀਂ ਇਸ ਦੁਨੀਆ ਦੇ ਉੱਪਰ ਨਹੀਂ ਰਹਿਣਾ, ਪਰ ਅਸੀਂ ਜੇ ਜਾਂਦੇ ਜਾਂਦੇ ਕਿਸੇ ਨੂੰ ਜੀਵਨ ਦੇ ਸਕਦੇ ਹਾਂ ਤਾਂ ਇੱਕ ਇਹ ਬਹੁਤ ਹੀ ਵੱਡਾ ਕਾਰਜ ਹੈ। ਸਾਨੂੰ ਵੀ ਇਹਨਾਂ ਦੀ ਸਿੱਖਿਆਵਾਂ ਤੇ ਚੱਲ ਕੇ ਆਪਣੇ ਜਿਹੜੇ ਆਰਗਨਸ ਨੇ ਡੋਨੇਟ ਕਰਨੇ ਚਾਹੀਦੇ ਨੇ, ਤਾਂ ਜੋ ਅਸੀਂ ਵੀ ਆਪਣੇ ਜੀਵਨ ਤੇ ਜਾਣ ਤੋਂ ਪਹਿਲਾਂ ਜਿਹੜਾ ਉਹ ਕਿਸੇ ਨੂੰ ਨਵਾਂ ਜੀਵਨ ਜਿਹੜਾ ਉਹ ਦੇ ਸਕੀਏ। ਸਰਵਨ ਸਿੰਘ ਦਾਵਾ, ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਕ ਬਜਾਜ ਦੇ ਨਾਲ, ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ।